Good morning, students. Today we discuss the electrical properties of colloidal solution. The particles of colloidal solution possess electrical charge, positive or negative. So due to this charge, the soles are stable. So this charge is responsible for the stability of a colloidal solution. So it may be noted that sole particles carry some charge, so but no charge on dispersion medium. So ਜਿਹੜੇ colloidal particles ਨੇ ਜਾਂ sole particles ਨੇ ਉਹਨਾਂ ਤੇ ਜਿਹੜਾ charge present ਹੁੰਦਾ dispersion medium ਦੇ ਉੱਪਰ ਕੋਈ charge ਨਹੀਂ ਹੈ. For example, colloidal solution of gold, arsenic sulfide are negatively charged sole, and ferric hydroxide, aluminium hydroxide are positively charged sole, and silver chloride sole may be either positively or negatively charged soles formed. So what is the origin of charge? First, due to fractional electrification. So ਇਹਦਾ means ਕੀ ਹੈ ਕਿ ਜਦੋਂ ਸਾਡੇ ਕੋਲ dispersion medium ਤੇ dispersed phase ਦੇ particle move ਕਰਦੇ ਨੇ, ਸੋ ਕਿਤੇ ਨਾ ਕਿਤੇ ਫ੍ਰੈਕਸ਼ਨ ਦੇ ਨਾਲ, ਰਬਿੰਗ ਦੇ ਨਾਲ ਸਾਡੇ ਕੋਲ ਕਿਤੇ ਨਾ ਕਿਤੇ ਕੁਝ ਚਾਰਜ ਜਿਹੜਾ ਕੋਲਾਈਡਲ ਪਾਰਟੀਕਲਸ ਤੇ ਜਿਹੜਾ ਕ੍ਰੀਏਟ ਹੋ ਜਾਂਦਾ. ਬਟ ਡਿਸਪਰਸ਼ਨ ਮੀਡੀਅਮ ਮਸਟ ਆਲਸੋ ਗੈਟ ਸਮ ਚਾਰਜ ਬਿਕੋਜ਼ ਆਫ ਫ੍ਰੈਕਸ਼ਨ. ਬਟ ਅਸੀਂ ਉੱਪਰ ਕਹਿ ਚੁੱਕੇ ਹਾਂ ਥਿਓਰੈਟੀਕਲੀ ਜਿਹੜਾ ਡਿਸਪਰਸ਼ਨ ਮੀਡੀਅਮ ਉਹਦੇ ਤੇ ਕੋਈ ਚਾਰਜ ਨਹੀਂ ਹੈ. ਬਟ ਅਸੀਂ ਜੇ ਐਕਸਪੈਰੀਮੈਂਟਲੀ ਦੇਖੀਏ ਕਿਤੇ ਨਾ ਕਿਤੇ ਜਦੋਂ ਕੋਈ ਵੀ ਚੀਜ਼ ਇੱਕ ਦੂਜੇ ਉੱਪਰ ਰਬ ਕਰਦੀ ਹੈ ਜਾਂ ਫ੍ਰੈਕਸ਼ਨ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਚਾਰਜ ਜਿਹੜਾ ਪ੍ਰੈਜ਼ੈਂਟ ਹੁੰਦਾ. ਸੋ ਫਸਟ ਫੈਕਟਰ ਕੀ ਹੈ? ਡਿਊ ਟੂ ਫ੍ਰੈਕਸ਼ਨਲ ਇਲੈਕਟ੍ਰੀਫਿਕੇਸ਼ਨ. Second factor की origin of charge that due to dissociation of surface molecule. So for example, an aqueous solution of soap, that is sodium palmitate, ਇਹਨੂੰ ਜਦੋਂ ਅਸੀਂ ਵਾਟਰ ਦੇ ਵਿੱਚ ਡਿਜ਼ੋਲਵ ਕਰਦੇ ਹਾਂ ਐਕੁਅਸ ਸੋਲਿਊਸ਼ਨ ਆਫ ਸੋਡੀਅਮ ਪਲਮੀਟੇਟ ਨੂੰ, ਤਾਂ ਇਹ ਡਿਸੋਸ਼ੀਏਟ ਹੁੰਦਾ ਇਨਟੂ ਪਲਮੀਟੇਟ ਆਇਨ ਐਂਡ ਸੋਡੀਅਮ ਆਇਨ. ਸੋ ਜਿਹਦੇ ਕਰਕੇ ਸਾਡੇ ਕੋਲ ਕਿਤੇ ਨਾ ਕਿਤੇ ਜਿਹੜੇ ਹੈਗੇ ਆ ਹੈਵ ਟੈਂਡੈਂਸੀ ਟੂ ਫਾਰਮ ਐਗਰੀਗੇਟ ਡਿਊ ਟੂ ਵੀਕ ਅਟਰੈਕਟਿਵ ਫੋਰਸਿਸ ਪ੍ਰੈਜ਼ੈਂਟ ਇਨ ਹਾਈਡਰੋਕਾਰਬਨ chains. So that's why it carries some charge. And third factor, which we already discussed in previous video, due to selective adsorption of ions, which causes the stability of ion. So the particles of constituting the dispersed phase adsorb only those ions preferentially which are common with their own lattice. For example, when we listen carefully, if we take a dilute solution of silver nitrate is added to an aqueous solution of potassium iodide. ਅਸੀਂ ਜਦੋਂ ਸਿਲਵਰ ਨਾਈਟਰੇਟ ਦੇ ਡਿਲੂਟ ਸੋਲਿਊਸ਼ਨ ਨੂੰ ਐਡ ਕਰਦੇ ਹਾਂ ਐਕੁਅਸ ਸੋਲਿਊਸ਼ਨ ਆਫ ਪੋਟਾਸ਼ੀਅਮ ਆਇਓਡਾਈਡ ਦੇ ਵਿੱਚ, ਤਾਂ ਸਾਡੇ ਕੋਲੇ ਸਿਲਵਰ ਆਇਓਡਾਈਡ ਦੇ ਜਿਹੜੇ ਹੈਗੇ ਆ PPT ਫਾਰਮ ਹੁੰਦੇ ਨੇ ਵਿਚ ਐਡਜ਼ੋਰਬ iodide ion from potassium iodide. So when we dissolve silver nitrate dilute solution in aqueous solution of potassium iodide, this silver iodide adsorb iodide ion from potassium iodide ਜਿਹੜਾ ਕਿ dispersion medium ਦੇ ਵਿੱਚ present ਆ, and form what type of sole? It form a negatively charged sole. It form a ਨੈਗੇਟਿਵਲੀ ਚਾਰਜਡ ਸੋਲ ਸਾਡੇ ਕੋਲ ਫਾਰਮ ਹੁੰਦੀ ਹੈ, ਕਿਉਂਕਿ ਸਿਲਵਰ ਨਾਈਟਰੇਟ ਨੂੰ ਜਦੋਂ ਅਸੀਂ ਪੋਟਾਸ਼ੀਅਮ ਆਇਓਡਾਈਡ ਨਾਲ ਰਿਐਕਟ ਕਰਾਇਆ ਇਟ ਫਾਰਮ ਸਿਲਵਰ ਆਇਓਡਾਈਡ ਪ੍ਰੈਸਿਪਿਟੇਟ ਵਿਚ ਫਰਦਰ ਐਡਜ਼ੋਰਬ ਆਇਓਡਾਈਡ ਆਇਨ ਫਰੋਮ ਦੀ ਡਿਸਪਰਸ਼ਨ ਮੀਡੀਅਮ, ਜਿਹੜੇ ਕਿ ਕੁਛ ਕੁ ਸਾਡੇ ਕੋਲ ਆਇਓਡਾਈਡ ਆਇਨ ਜਿਹੜੇ ਸੋਲਿਊਸ਼ਨ ਦੇ ਵਿੱਚ ਪ੍ਰੈਜ਼ੈਂਟ ਸੀ ਉਹ ਇਹਦੇ ਤੇ ਐਡਜ਼ੋਰਬ ਹੋ ਗਏ. ਕਿਤੇ ਨਾ ਕਿਤੇ ਜਿਹੜੇ K ਪੋਜ਼ੀਟਿਵ ਆਇਨ ਆ ਦੈਟ ਰਿਮੇਨਸ ਇਨ ਸੋਲਿਊਸ਼ਨ. ਠੀਕ ਹੈ. ਸੋ ਉਹਦੀ ਐਡਜ਼ੋਰਪਸ਼ਨ ਕਰਕੇ ਸਾਡੇ ਕੋਲ ਕਿਤੇ ਨਾ ਕਿਤੇ ਜਿਹੜੀ ਹੈਗੀ ਹੈ ਕਿਹੜੇ ਟਾਈਪ ਦੀ ਸੋਲ ਕ੍ਰੀਏਟ ਹੋਈ ਹੈ? ਨੈਗੇਟਿਵਲੀ ਚਾਰਜ ਜਿਹੜੀ ਸੋਲ ਉਹ ਪ੍ਰੈਜ਼ੈਂਟ ਹੋਈ ਹੈ. ਸੋ ਜਿਹੜਾ ਇਕੁਅਲ ਐਂਡ ਆਪੋਜ਼ਿਟ ਚਾਰਜ ਟੂ ਦੀ ਡਿਸਪਰਸ਼ਨ ਮੀਡੀਅਮ ਸਾਡੇ ਕੋਲ ਬੈਲੈਂਸ ਰਹਿੰਦੇ ਨੇ. ਕਲੀਅਰ? ਸਿਮਿਲਰਲੀ another case, it also form a positively charged sole if we add silver iodide is formed by adding a dilute solution of potassium iodide and aqueous solution of silver nitrate. ਅਸੀਂ ਜੇ ਸਾਡੇ ਕੋਲ ਬਣਨਾ ਸਿਲਵਰ ਆਇਓਡਾਈਡ ਦੇ ਪ੍ਰੈਸਿਪਿਟੇਟ ਹੀ ਨੇ, ਬਟ ਇੱਥੇ ਅਸੀਂ ਡਿਲੂਟ ਸੋਲਿਊਸ਼ਨ ਕਿਹਦਾ ਲਿਆ? ਪੋਟਾਸ਼ੀਅਮ ਆਇਓਡਾਈਡ ਦਾ, ਤੇ ਸਿਲਵਰ ਨਾਈਟਰੇਟ ਦਾ ਐਕੁਅਸ ਸੋਲਿਊਸ਼ਨ ਲਿਆ. ਜਾਣੀ ਡਿਲੂਟ ਦਾ ਮਤਲਬ ਬਹੁਤ ਘੱਟ ਕੰਸਨਟ੍ਰੇਸ਼ਨ ਸਾਡੇ ਕੋਲ ਪੋਟਾਸ਼ੀਅਮ ਆਇਓਡਾਈਡ ਪ੍ਰੈਜ਼ੈਂਟ ਆ, ਜਦ ਕਿ ਇਹਦੇ 'ਚ ਐਕੁਅਸ ਸੋਲਿਊਸ਼ਨ ਦੇ ਵਿੱਚ ਐਕਸੈਸ ਦੇ ਵਿੱਚ ਪ੍ਰੈਜ਼ੈਂਟ ਸੀਗੇ. ਇਹ ਡਿਲੂਟ ਸੀ ਜਿਹਦੇ ਕਰਕੇ ਸਿਲਵਰ ਆਇਨਸ ਘੱਟ ਸੀਗੇ, ਇਸ ਕਰਕੇ ਨੇ ਆਇਓਡਾਈਡ ਆਇਨ ਜਿਹੜੇ ਐਕੁਅਸ ਸੋਲਿਊਸ਼ਨ ਤੋਂ ਐਡਜ਼ੋਰਬ ਕੀਤੇ. ਬਟ ਇਸ ਕੇਸ 'ਚ it taken a dilute amount and it in a aqueous solution. So when we dissolve dilute solution of potassium iodide and silver nitrate aqueous solution, it form precipitate of silver iodide which further adsorb silver ions from dispersion medium from silver nitrate, which form a positively charged sole, ਪੋਜ਼ੀਟਿਵਲੀ ਚਾਰਜ ਸੋਲ. ਕਿਉਂਕਿ ਕਿਤੇ ਨਾ ਕਿਤੇ ਸਿਲਵਰ ਆਇਨ ਜਿਹੜੇ ਐਕੁਅਸ ਸੋਲਿਊਸ਼ਨਸ ਦੇ ਵਿੱਚ ਸੀਗੇ ਉਹ ਸਾਡੇ ਕੋਲ ਜ਼ਿਆਦਾ ਪ੍ਰੈਜ਼ੈਂਟ ਸੀ, ਜਿਹਦੇ ਕਰਕੇ ਸਾਡੇ ਕੋਲ ਕੀ ਹੈ
ਜਿਹੜੀ ਹੈਗੀ ਐਡਜ਼ੋਰਪਸ਼ਨ ਇੱਥੇ ਸਿਲਵਰ ਦੀ ਹੋਈ ਹੈ, ਜਦਕਿ ਉਸ ਕੇਸ ਦੇ ਵਿੱਚ ਜਿਹੜੇ ਆਇਓਡਾਈਡ ਆਇਨ ਸੀਗੇ ਉਹ ਜ਼ਿਆਦਾ ਸੀ, ਜਿਹਦੇ ਕਰਕੇ ਉਹਨੂੰ ਪ੍ਰੀਫਰੈਂਸ਼ਲੀ ਉਹਨੇ ਐਡਜ਼ੋਰਬ ਕੀਤਾ। ਠੀਕ ਹੈ, ਸੋ ਨਾਈਟਰਾਈਟ ਆਇਨ ਜਿਹੜੇ ਹੈਗੇ ਸਾਡੇ ਕੋਲ ਮੀਨਸ ਡਿਸਪਰਸ਼ਨ ਮੀਡੀਅਮ ਦੇ ਵਿੱਚ ਪ੍ਰੈਜ਼ੈਂਟ ਆ। ਸੋ ਹੇਅਰ ਇਟ ਫਾਰਮ ਪੋਜ਼ਿਟਿਵਲੀ ਚਾਰਜ ਸੋਲ। ਸੋ ਡਿਪੈਂਡ ਕਰਦਾ ਕਿ ਕਿਹਦੀ ਜਿਹੜੀ ਅਮਾਊਂਟ ਹੈ, ਕਿਹੜਾ ਆਇਨ ਹੈ ਦੀ ਆਇਨ ਵਿਚ ਇਜ਼ ਕਾਮਨ ਵਿਦ ਦੇਅਰ ਓਨ ਲੇਟਸ ਆਇਨ ਇਜ਼ ਪ੍ਰੀਫਰੈਂਸ਼ਲੀ ਐਡਜ਼ੋਰਬਡ। ਸੋ ਉਸ ਬੇਸਿਸ 'ਤੇ ਸਾਡੇ ਕੋਲ ਜਿਹੜੀ ਹੈਗੀ ਹੈ ਐਡਜ਼ੋਰਪਸ਼ਨ ਹੁੰਦੀ ਹੈ, ਅਤੇ ਜਿਹੜਾ ਸਾਡੇ ਕੋਲ ਬਾਕੀ ਜਿਹੜੇ ਆਇਨਸ ਨੇ ਉਹ ਆਲੇ ਦੁਆਲੇ ਉਹ ਜਿਹੜਾ ਪੋਜ਼ੀਟਿਵ ਚਾਰਜ ਹੈ ਉਹਦੇ ਆਲੇ ਦੁਆਲੇ ਕਮੂਲੇਟ ਰਹਿੰਦਾ ਵਾ, ਜਿਹੜਾ ਕਿ ਡਿਸਪਰਸ਼ਨ ਮੀਡੀਅਮ ਦੇ ਵਿੱਚ ਪ੍ਰੈਜ਼ੈਂਟ ਹੈ। ਬਟ ਐਡਜ਼ੋਰਪਸ਼ਨ ਆ ਜਿਹੜੀ ਉਹਦੇ ਕਰਕੇ ਕਿਤੇ ਨਾ ਕਿਤੇ ਸਾਡੇ ਕੋਲ ਸਟੇਬਿਲਿਟੀ ਇਹਨਾਂ ਦੀ ਬਣੀ ਰਹਿੰਦੀ ਹੈ। ਕਲੀਅਰ। Another example, that is ferric chloride. When we add ferric chloride is added to excess of hot water, it form a hydrated ferric hydroxide positively charged salt because it absorbs Fe3 positive ion. If we add ferric chloride solution and sodium hydroxide solution, it absorbs OH negative ion from their surface, so it means it is a negatively charged salt. Clear? ਸੋ ਕਿਹੜਾ ਆਇਨ ਉਹਨੇ ਐਡਜ਼ੋਰਬ ਕਰਨਾ ਉਹ ਡਿਪੈਂਡ ਕਰਦਾ ਸਾਡੇ ਕੋਲ ਨੇਚਰ ਕਿੱਦਾਂ ਦੀ ਆਇਨਸ ਦੀ। ਕਲੀਅਰ। ਸੋ ਪ੍ਰੀਵੈਂਸ਼ਲੀ ਸਾਡੇ ਕੋਲ ਕਿਹਦੀ ਅਬੰਡੈਂਸ ਆ ਜਿਹੜੀ ਉਹ ਜ਼ਿਆਦਾ ਪ੍ਰੈਜ਼ੈਂਟ। ਕਲੀਅਰ। ਨੈਕਸਟ ਵੀ ਡਿਸਕਸ ਅਬਾਊਟ ਦੀ ਜੀਟਾ potential or electrokinetic potential. The potential difference between the exist between stationary or fixed layer and of compensating charges and the diffuse layer, it is called jeta potential or electrokinetic potential. ਅਸੀਂ ਹੁਣੇ ਡਿਸਕਸ ਕਰ ਚੁੱਕੇ ਹਾਂ ਕਿ ਜੇ when we add dilute solution of silver nitrate in aqueous solution of potassium iodide, ਉਹਨੇ iodide ion absorb ਕਰ ਲਏ। ਦੂਸਰੇ ਕੇਸ dilute solution of potassium iodide added into aqueous solution of silver nitrate, ਉਹਨੇ silver ions ਜਿਹੜੇ ਹੈਗੇ ਆ ਉਹ absorb ਕੀਤੇ। ਸਪੋਜ਼ ਕਰੋ ਇਹ ਸਾਡੇ ਕੋਲ silver iodide ਜਾਂ silver ਆਇਓਡਾਈਡ ਦੇ ਪ੍ਰੈਸੀਪਿਟੇਟਸ ਨੇ। ਸੋ ਕਿਤੇ ਨਾ ਕਿਤੇ ਨੇ ਆਇਓਡਾਈਡ ਜਿਹੜੇ ਆਇਨਸ ਨੇ ਉਹ ਐਡਜ਼ੋਰਬ ਕਰ ਲਏ। ਸੋ ਉਹਦੇ ਨਾਲ ਨਾਲ ਸਾਡੇ ਕੋਲ ਕਿਤੇ ਨਾ ਕਿਤੇ ਜਿਹੜਾ ਪੋਟਾਸ਼ੀਅਮ ਆਇਨਸ ਵੀ ਪ੍ਰੈਜ਼ੈਂਟ ਨੇ। ਸੋ ਇਹ ਜਿਹੜੀ ਲੇਅਰ ਹੈ ਇਹਨੂੰ ਅਸੀਂ ਬੋਲਦੇ ਹਾਂ ਫਿਕਸਡ ਲੇਅਰ ਜਾਂ ਸਟੇਸ਼ਨਰੀ ਲੇਅਰ, ਕਿਉਂਕਿ ਇਹ ਐਡਜ਼ੋਰਬ ਹੋਏ ਨੇ ਨੈਗੇਟਿਵਲੀ ਚਾਰਜਡ ਆਇਨਸ, ਅਤੇ ਉਹਦੇ ਆਲੇ ਦੁਆਲੇ ਸਾਡੇ ਕੋਲ ਕਮੂਲੇਸ਼ਨ ਹੋਈ ਹੈ ਪੋਜ਼ੀਟਿਵ ਚਾਰਜ ਦੀ, ਜਿਹੜੇ ਉਹਨੂੰ ਇਲੈਕਟ੍ਰੀਕਲੀ ਬੈਲੈਂਸ ਕਰ ਰਹੇ ਨੇ। ਸੋ ਉਸ ਤੋਂ ਬਿਨਾਂ ਕਿਤੇ ਨਾ ਕਿਤੇ ਸਾਡੇ ਕੋਲ ਐਕੁਅਸ ਸੋਲਿਊਸ਼ਨ ਦੇ ਵਿੱਚ ਪੋਜ਼ੀਟਿਵ ਨੈਗੇਟਿਵ ਚਾਰਜ ਪਏ ਨੇ, ਜਿਹੜੇ ਅਕੋਰਡਿੰਗ ਟੂ ਦਿਸ ਫਿਕਸਡ ਲੇਅਰ ਰਿਪਲਸ਼ਨ ਵੀ ਹੁੰਦੀ ਹੈ, ਅਟਰੈਕਸ਼ਨ ਵੀ ਹੁੰਦੀ ਹੈ, ਉਹਦੇ ਕਰਕੇ ਇਹ ਲੇਅਰ ਕਿਹੜੀ ਹੈ ਮੂਵੇਬਲ ਲੇਅਰ। ਸੋ ਦੀ ਪੋਟੈਂਸ਼ੀਅਲ ਡਿਫਰੈਂਸ ਸੈਟਅਪ ਬਿਟਵੀਨ ਫਿਕਸਡ ਲੇਅਰ ਐਂਡ ਡਿਫਿਊਜ਼ ਔਰ ਮੂਵੇਬਲ ਲੇਅਰ, that is called jeta potential. ਸੋ ਇਸ ਬੇਸਿਸ ਤੇ ਸਾਡੇ ਕੋਲ ਜਿਹੜੀ ਹੈਗੀ ਇਹਦੀ ਸਟੱਡੀ ਹੁੰਦੀ ਹੈ। ਸੋ ਇਟ ਇਜ਼ ਕਾਲਡ jeta potential or electrokinetic potential. Electro means ਸਾਡੇ ਕੋਲ electrical charge, kinetic means movement, rate of movement. Clear? Next how we determine the charge on soul के ਸਾਡੇ ਕੋਲ positively charged soul present ਹੈ ਜਾਂ negatively charged soul present ਹੈ। So there are two methods to determine the charge on soul particles. So first is electrophoresis, the phenomena of movement of colloidal particles under an electrical field. So we take a U-shaped tube ਜਿਹਦੇ 'ਚ 2 ਪਲਾਟੀਨਮ ਦੇ ਇਲੈਕਟ੍ਰੋਡ ਅਸੀਂ ਲਾਏ ਨੇ, ਉਹਦੇ ਵਿੱਚ ਮੈਂ ਕੋਲਾਈਡਲ ਸੋਲਿਊਸ਼ਨ ਪਾਤਾ। ਸੋ ਉਹਦੇ ਵਿੱਚ ਦੀ ਜਦੋਂ ਕਰੰਟ ਪਾਸ ਆਊਟ ਕਰਨਾ ਸ਼ੁਰੂ ਕੀਤਾ ਮੈਂ, ਇਫ ਦੀ ਪਾਰਟੀਕਲਸ ਅਕਮੂਲੇਟ ਨੀਅਰ ਦੀ ਨੈਗੇਟਿਵ ਚਾਰਜ, ਇੱਥੇ ਸਾਡੇ ਕੋਲ ਜੇ ਇਹਦੇ ਨੇੜੇ ਅਕਮੂਲੇਟ ਹੋ ਗਏ, ਇਕੱਠੇ ਹੋ ਗਏ, ਤਾਂ ਇਹਦਾ ਮਤਲਬ ਸਾਡੇ ਕੋਲੇ ਚਾਰਜ ਕਿਹੜਾ ਸੀਗਾ ਸੋਲ ਦੇ ਉੱਪਰ ਪੋਜ਼ੀਟਿਵਲੀ ਚਾਰਜ ਸੋਲ ਸੀਗੀ, ਕਿਉਂਕਿ ਉਹ ਨੈਗੇਟਿਵਲੀ ਚਾਰਜ ਇਲੈਕਟ੍ਰੋਡ ਦੇ ਨੇੜੇ ਸਾਡੇ ਕੋਲੇ ਇਕੱਠੀ ਹੋਈ ਹੈ। ਸੋ ਵੈਨ ਵੀ ਪਾਸ ਇਲੈਕਟ੍ਰਿਕ ਕਰੰਟ ਇਫ ਅਕਮੂਲੇਟ ਐਟ ਦਿਸ ਐਂਡ, ਠੀਕ ਹੈ, ਇਹਦੇ ਮਤਲਬ ਨੈਗੇਟਿਵ ਪਾਰਟ ਦੇ ਉੱਪਰ ਨੈਗੇਟਿਵਲੀ ਇਲੈਕਟ੍ਰੋਡ ਦੇ ਉੱਪਰ ਸਾਡੇ ਕੋਲ ਕਮੂਲੇਟ ਹੋਈ ਹੈ, ਤਾਂ ਇਹਦਾ ਮਤਲਬ ਪੋਜ਼ੀਟਿਵਲੀ ਚਾਰਜ ਸੋਲ ਹੈ। ਅਤੇ ਜੇ ਉਹ ਪੋਜ਼ੀਟਿਵਲੀ ਚਾਰਜ ਇਲੈਕਟ੍ਰੋਡ ਦੇ ਨੇੜੇ ਕਮੂਲੇਟ ਹੁੰਦੀ ਤਾਂ ਇਹਦਾ ਮਤਲਬ ਕੀ ਸੀ, ਉਹ ਨੈਗੇਟਿਵਲੀ ਚਾਰਜ ਸੋਲ ਹੈ। ਸੋ ਵਿਦ ਦੀ ਹੈਲਪ ਆਫ ਇਲੈਕਟ੍ਰੋਫੋਰੇਸਿਸ ਵੀ ਡਿਟਰਮਿਨ ਦੀ charge on soul. And next method is that is electro-osmosis. It is similar like osmosis ਕਿ ਸਾਡੇ ਕੋਲ ਸਿਰਫ osmosis ਦੇ ਵਿੱਚ ਸਾਡੇ ਕੋਲ ਇੱਕ ਤਰ੍ਹਾਂ ਦਾ ਰੇਟ ਹੈ ਜਿਹੜਾ osmotic pressure ਤੁਸੀਂ ਪੜ੍ਹ ਚੁੱਕੇ ਹੋ ਕਿ ਲੋਅਰ ਕੰਸਨਟ੍ਰੇਸ਼ਨ ਟੂ ਹਰ ਸੋਲਵੈਂਟ ਦੀ ਜਿਹੜੀ ਮੂਵਮੈਂਟ ਹੁੰਦੀ ਹੈ। ਸੋ electro-osmosis ਕੀ ਹੈ, the phenomena of movement of molecules of dispersion medium under the influence of electric field, whereas colloidal particles are not allowed to move. ਇਹ ਉਹ phenomena ਜਿਹਦੇ 'ਚ ਸਾਡੇ ਕੋਲ ਸਿਰਫ ਡਿਸਪਰਸ਼ਨ ਮੀਡੀਅਮ ਦੇ ਜਾਣੀ ਸੋਲਵੈਂਟ ਦੇ ਮੋਲੀਕੂਲਸ ਆ ਜਿਹੜੇ ਉਹ ਇਲੈਕਟ੍ਰੀਕਲ ਫੀਲਡ ਜਦੋਂ ਅਸੀਂ ਅਪਲਾਈ ਕਰਦੇ ਹਾਂ ਤਾਂ ਸਾਡੇ ਕੋਲ ਉਹਦੇ 'ਚ ਮੂਵ ਕਰਦੇ, ਜਦਕਿ ਕੋਲਾਈਡਲ ਪਾਰਟੀਕਲਸ ਜਿਹੜੇ ਹੈਗੇ ਆ ਉਹ ਮੂਵ ਨਹੀਂ ਕਰਦੇ। ਸੋ ਹਾਊ ਕੈਨ ਵੀ ਡਿਟਰਮਿਨ ਬਾਈ ਦਿਸ ਮੈਥਡ we observe the charge on soul particles. So in case of electro-osmosis, the colloidal solution is placed in compartment A here. So there are two semi-permeable membrane D and D dash
in this compartment. So इस compartment ਦੇ ਵਿੱਚ A compartment ਦੇ ਵਿੱਚ ਸਾਡੇ ਕੋਲ ਕੀ ਹੈ colloidal solution ਹੈ and separated from compartment B and C ਜਿੱਥੋਂ ਦੀ ਅਸੀਂ ਕੀ ਪਾ ਰਹੇ ਹਾਂ ਸਾਡੇ ਕੋਲ filled with water up to mark ਇੱਥੇ ਤੱਕ ਅਸੀਂ fill ਕੀਤਾ ਹੋਇਆ ਜਾਨੀ solvent ਪਾ ਰਹੇ ਹਾਂ clear. There are 2 electrodes in B and C compartment, so it is a negative end and it is a positive end. So when we apply potential or current through these 2 electrodes placed in membrane B and C, the liquid level is observed fall on one side and rise on other side. So क्योंकि साढ़े को semi permeable membrane ਦੇ through सिर्फ solvent ਦੇ molecule pass out करने हैं जे एक पासे दी ਸੋਲਵੈਂਟ ਦਾ ਰੇਟ ਜਿਹੜਾ ਘਟ ਰਿਹਾ ਤਾਂ ਇਹਦਾ ਮਤਲਬ ਦੂਜੇ ਪਾਸੇ ਇਨਕਰੀਜ਼ ਹੋਊਗਾ ਕਿਉਂਕਿ ਸੋਲਵੈਂਟ ਦੇ ਮੋਲੀਕਿਊਲਸ ਹੀ ਜਿਹੜੇ ਐਸਪੀਐਮ ਦੇ ਥਰੂ ਸਾਡੇ ਕੋ ਮੂਵ ਕਰ ਸਕਦੇ ਆ ਸੋ ਦੀ ਡਾਇਰੈਕਸ਼ਨ ਆਫ ਫਲੋ ਆਫ ਵਾਟਰ ਡਿਪੈਂਡਸ ਔਨ ਦੀ ਚਾਰਜ ਆਫ ਕੋਲਾਈਡ ਕਿ ਕਿੱਧਰ ਨੂੰ ਉਹ ਜਿਹੜੀ ਮੂਵਮੈਂਟ ਆ ਵਾਟਰ ਦੀ ਉਹ ਸਾਡੇ ਕੋਲ ਡਿਸਾਈਡ ਕਰੂਗੀ ਕਿ ਕੋਲਾਈਡਲ ਸੋਲੂਸ਼ਨ ਦੇ ਉੱਪਰ ਕਿਹੜਾ ਚਾਰਜ ਆ ਫॉर ਪੋਜ਼ਿਟਿਵਲੀ ਚਾਰਜ ਸੋਲ ਜਿਹੜਾ ਮੀਡੀਅਮ ਆ ਉਹ ਨੈਗੇਟਿਵਲੀ ਚਾਰਜਡ ਹੋਊਗਾ वो की होगा नेगेटिवली चार्ज होगा एंड हैंस दी फ्लो विल टेक फ्रॉम C to B ਇਹਦਾ ਮਤਲਬ ਸਾਡੇ ਕੋਲ ਜੇ ਇਹ C to B मूव कर रहे वा ਸਾਡੇ ਕੋਲੇ ਤਾਂ ਸਾਡੇ ਕੋਲ ਜਿਹੜੀ ਸੋਲ ਆ ਉਹਦਾ ਚਾਰਜ ਕਿਹੜਾ ਹੋਊਗਾ ਨੈਗੇਟਿਵਲੀ ਚਾਰਜ ਹੋਊਗਾ ਕਿਉਂਕਿ ਆਪੋਜ਼ਿਟ ਐਂਡ ਸਾਡੇ ਕੋਲੇ ਮੂਵ ਹੋਊਗਾ ਆਪੋਜ਼ਿਟਲੀ ਸਾਡੇ ਕੋਲੇ ਜਿਹੜਾ ਹੈਗਾ ਚਾਰਜ ਉਹਦੇ ਤੇ ਪ੍ਰੈਜ਼ੈਂਟ ਹੋਊਗਾ ਫॉर ਨੈਗੇਟਿਵਲੀ ਚਾਰਜ ਸੋਲ ਸਾਡੇ ਕੋਲ ਰਿਵਰਸ ਵਿਲ ਅਕਰ ਦੀ ਲੈਵਲ ਔਨ C ਸਾਈਡ ਵਿਲ ਰਾਈਜ਼ ਸੋ ਦੂਸਰੇ ਪਾਸੇ ਨੂੰ ਸਾਡੇ ਕੋਲੇ ਮੂਵਮੈਂਟ ਹੋਊਗੀ ਜੇ C to B ਜਾ ਰਿਹਾ ਤਾਂ ਪੋਜ਼ਿਟਿਵਲੀ ਚਾਰਜ ਸੋਲ ਹੋਊਗੀ ਜੇ B to C ਜਾ ਰਿਹਾ ਤਾਂ ਸਾਡੇ ਕੋਲ ਵਿਲ ਟੇਕ ਪਲੇਸ ਫਲੋ ਫਰੋਮ C to B ਤਾਂ ਸਾਡੇ ਕੋਲ ਨੈਗੇਟਿਵਲੀ ਚਾਰਜ ਮੀਡੀਅਮ ਹੈ ਪੋਜ਼ਿਟਿਵਲੀ ਚਾਰਜਡ ਕੀ ਹੈ ਸੋਲ ਹੈ ਪੋਜ਼ਿਟਿਵਲੀ ਚਾਰਜਡ ਸੋਲ ਕੀ ਹੈ ਠੀਕ ਹੈ ਤੇ ਦੂਸਰੇ ਪਾਸੇ ਸਾਡੇ ਕੋਲ ਕੀ ਹੈ ਜੇ ਸਾਡੇ ਕੋਲ C to B ਜਾ ਰਿਹਾ ਸੌਰੀ B to C ਜਾ ਰਿਹਾ ਤਾਂ ਸਾਡੇ ਕੋਲੇ ਜਿਹੜੀ ਸੋਲ ਹੈ ਉਹ ਨੈਗੇਟਿਵਲੀ ਚਾਰਜਡ ਹੈ ਕਿਉਂਕਿ ਇਸ ਸਾਈਡ ਵਾਟਰ ਰਾਈਜ਼ ਹੋਗਾ ਸੋ ਜਿਸ ਸਾਈਡ ਵਾਟਰ ਸਾਡੇ ਕੋਲ ਰਾਈਜ਼ ਹੋ ਰਿਹਾ ਉਸ ਟਾਈਪ ਦੀ ਸਾਡੇ ਕੋਲੇ ਜਿਹੜੀ ਹੈਗੀ ਹੈ ਸੋਲ ਹੋਊਗੀ ਤੇ ਜਿਸ ਸਾਈਡ ਡਿਕਰੀਜ਼ ਹੋ ਰਿਹਾ ਉਹ ਆਪੋਜ਼ਿਟ ਉਹਦੀ ਆਪੋਜ਼ਿਟ ਸਾਈਡ ਵਾਲੀ ਸਾਡੇ ਕੋਲੇ ਸੋਲ ਹੋਊਗੀ ਜੇ B ਸਾਈਡ ਇਨਕਰੀਜ਼ ਕਰ ਰਿਹਾ ਤਾਂ ਪੋਜ਼ਿਟਿਵਲੀ ਚਾਰਜ ਸੋਲ ਹੈ ਜੇ A ਸਾਈਡ ਵਾਟਰ ਦਾ ਲੈਵਲ ਇਨਕਰੀਜ਼ ਕਰ ਰਿਹਾ ਤਾਂ ਸਾਡੇ ਕੋਲੇ ਨੈਗੇਟਿਵਲੀ ਚਾਰਜ ਸੋਲ ਹੈ ਸੋ ਥੀਸ ਆਰ ਦੀ 2 ਮੈਥਡਸ ਟੂ ਡਿਟਰਮਿਨ ਦੀ charge on soul particles. So these are 2 definitions are very much important. If you have any doubt up to this topic you can call me. Only 2 topics are left from this chapter which we discuss in next video. So if you have any doubt up to this topic you can call me. Thank you.